ਸਾਇੰਸ ਐਂਡ ਕਲਚਰ YouTube ਚੈਨਲ ਤੇ ਆਪ ਸਭ ਦਾ ਬਹੁਤ ਜ਼ਿਆਦਾ ਸਵਾਗਤ। ਅਸੀਂ ਅੱਜ ਇੱਕ ਫੇਰ ਪੱਖ ਦਾ ਮੁੱਦਾ ਲੈ ਕੇ ਆਏ ਹਾਂ। ਉਹ ਮੁੱਦਾ ਹੈ ਕਿ ਕੀ ਮੰਗਲੀਕ ਹੁੰਦਾ ਹੈ ਕਿ ਨਹੀਂ ਹੈ। ਸੋ ਸਭ ਤੋਂ ਪਹਿਲਾਂ ਅਸੀਂ ਚਰਚਾ ਕਰ ਲਈਏ, ਕਿਉਂਕਿ ਮੰਗਲੀਕ ਜੋਤਿਸ਼ ਦਾ ਹੀ ਬਣਾਇਆ ਹੋਇਆ ਮੁੱਦਾ ਹੈ, ਜਿਸ ਦੇ ਵਿੱਚ ਕਿ ਲੜਕੇ ਲੜਕੀਆਂ ਦੀਆਂ ਸ਼ਾਦੀਆਂ ਵਿੱਚ ਬਹੁਤ ਵੱਡਾ ਅੜਿੱਕਾ ਬਣਦਾ ਹੈ। तो असल में ज्योतिष का मतलब है कि जोत प्लस ईश, ईश मतलब ईश्वर तो आने वाली जोत, ऊर्जा जी उत्थों आती है। सो ये मन्निया गया है कि जी ऊर्जा तारियां तो ग्रहों तो आती है, इन्हां विच एक खास शक्ति होंदी है। क्यों मन्निया गया? क्योंकि सारे तारे पूर्व तो पश्चिम वल जाते नज़र आते हैं, परंतु जिहड़े प्लैनेट ने, जिहड़े ग्रह ने, ये हमेशा पश्चिम तो पूर्व ਵੱਲ ਚੱਲਦੇ ਹਨ। ਸੋ ਇਹ ਮੰਨ ਲਿਆ ਗਿਆ ਕਿ ਇਹਨਾਂ ਵਿੱਚ ਇੱਕ ਖਾਸ ਤਰ੍ਹਾਂ ਦੀ ਊਰਜਾ ਹੈ, ਖਾਸ ਤਰ੍ਹਾਂ ਦੀ ਸ਼ਕਤੀ ਹੈ, ਅਤੇ ਇਹ ਊਰਜਾ ਹੀ ਧਰਤੀ ਉੱਤੇ ਆਉਣ ਵਾਲੇ ਭੂਚਾਲ, ਬਿਮਾਰੀਆਂ, ਮਹਾਮਾਰੀਆਂ ਅਤੇ ਇੱਥੋਂ ਤੱਕ ਕਿ ਮਨੁੱਖਾਂ ਦੇ ਆਪਣੀਆਂ ਇਕੱਲੇ ਦੀਆਂ ਬਿਮਾਰੀਆਂ, ਇਹ ਸਾਰਾ ਕੁਝ ਹੀ ਗ੍ਰਹਿਾਂ 'ਤੇ ਨਿਰਭਰ ਕਰਦਾ ਹੈ, ਗ੍ਰਹਿਾਂ ਤੋਂ ਆਉਣ ਵਾਲੀ ਰੋਸ਼ਨੀ 'ਤੇ ਨਿਰਭਰ ਕਰਦਾ ਹੈ। ਸੋ ਜੋਤਿਸ਼ ਜਿਹੜਾ ਹੈ ਆਪਦੇ ਆਪ ਵਿੱਚ ਇੱਕ ਬਹੁਤ ਵੱਡਾ ਵਿਸ਼ਾ ਬਣ ਚੁੱਕਿਆ ਹੈ। ਅਤੇ ਜੇਕਰ ਵੇਦਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਯਜੁਰਵੇਦ ਦੇ ਵਿੱਚ ਰਾਸ਼ੀਆਂ, ਨਛੱਤਰਾਂ ਅਤੇ ਗ੍ਰਹਿਾਂ ਦਾ ਜ਼ਿਕਰ ਆਇਆ, ਪਰੰਤੂ ਉਸ ਟਾਈਮ 'ਤੇ ਕੋਈ ਵੀ ਕੁੰਡਲੀਆਂ ਨਹੀਂ ਸੀ ਬਣਾਈਆਂ ਜਾਂਦੀਆਂ, ਅਤੇ ਨਾ ਹੀ ਇਹ ਕੁੰਡਲੀਆਂ ਦਾ ਕੋਈ ਇਸ ਤਰ੍ਹਾਂ ਦੀ ਵਰਤੋਂ ਕੀਤੀ ਜਾਂਦੀ ਸੀ ਜਿਸ ਤਰੀਕੇ ਨਾਲ ਹੁਣ ਵਰਤੋਂ ਕੀਤੀ ਜਾਂਦੀ ਹੈ। ਆਓ ਦੇਖੀਏ ਅਸਲ ਵਿੱਚ ਜਨਮ ਕੁੰਡਲੀ ਹੁੰਦੀ ਕੀ ਹੈ। ਜਨਮ ਕੁੰਡਲੀ ਵਿੱਚ ਕੀ ਹੁੰਦਾ ਹੈ ਕਿ ਇਸ ਦੇ ਵਿੱਚ 12 ਖਾਨੇ ਬਣਾ ਲਏ ਜਾਂਦੇ ਹਨ, ਅਤੇ 12 ਦੇ ਖਾਨੇ ਬਣਾਉਣੇ ਬੜੇ ਆਸਾਨ ਨੇ। ਇਹ ਜ਼ਰੂਰੀ ਨਹੀਂ ਕਿ ਸਿਰਫ ਪੰਡਤ ਲੋਕ ਹੀ ਇਹ ਖਾਨੇ ਬਣਾ ਸਕਦੇ ਨੇ, ਆਪਾਂ ਵੀ ਇਹ ਸਾਰੇ ਖਾਨੇ ਬਣਾ ਸਕਦੇ ਹਾਂ। ਸੋ ਇਹਦਾ ਨਾਮ 1 2 ਇੱਦਾਂ ਸਾਰੀਆਂ ਰਾਸ਼ੀਆਂ ਨੂੰ ਲਗਾ ਲਿਆ ਜਾਂਦਾ ਹੈ, ਅਤੇ ਇਹ 12 ਰਾਸ਼ੀਆਂ ਹੈਗੀਆਂ ਨੇ। ਅਸਲ ਵਿੱਚ ਸਾਥੀਓ 12 ਰਾਸ਼ੀਆਂ ਨਹੀਂ ਹੈਗੀਆਂ। ਰਾਸ਼ੀਆਂ ਦਾ ਮਤਲਬ ਕੌਂਸਟੇਲੇਸ਼ਨ ਦਾ ਮਤਲਬ ਹੈ ਕੁਝ ਤਾਰਿਆਂ ਦਾ ਪੈਟਰਨ। 7-8 ਤਾਰੇ, 10-20 ਤਾਰੇ ਮਿਲ ਕੇ ਇੱਕ ਪੈਟਰਨ ਬਣਾ ਲੈਂਦੇ, ਅਸੀਂ ਉਹਦਾ ਨਾਮ ਰੱਖ ਲੈਂਦੇ ਅਤੇ ਉਸ ਨੂੰ ਅਸੀਂ ਰਾਸ਼ੀ ਕੌਂਸਟੇਲੇਸ਼ਨ ਕਹਿਣਾ ਸਟਾਰਟ ਕਰ ਦਿੰਦੇ ਹਾਂ। तो 12 ਰਾਸ਼ੀਆਂ ਤਾਂ ਉਹ ਰਾਸ਼ੀਆਂ ਨੇ ਜਿਨ੍ਹਾਂ ਵਿੱਚ ਸੂਰਜ ਅਤੇ ਚੰਦ ਚੱਲਦੇ ਨਜ਼ਰ ਆਉਂਦੇ ਹਨ। ਇਹਨਾਂ ਨੂੰ ਜ਼ੋਡੀਐਕ ਸਾਈਨਸ ਕਹਿੰਦੇ ਹਨ। ਅਸਲ ਵਿੱਚ ਤਾਂ ਪੂਰੀਆਂ ਰਾਸ਼ੀਆਂ 84 ਹਨ, ਪਰੰਤੂ ਸੂਰਜ ਅਤੇ ਚੰਦ ਉਹਨਾਂ ਵਿੱਚ ਨਹੀਂ ਜਾਂਦੇ, ਇਸ ਕਰਕੇ ਅਸੀਂ ਉਹਨਾਂ ਦਾ ਕਦੇ ਵੀ ਜ਼ਿਕਰ ਨਹੀਂ ਆਉਂਦਾ। ਸੋ ਜੋਤਿਸ਼ ਜੋ ਹੈ ਇਹ ਸਿਰਫ 12 ਰਾਸ਼ੀਆਂ ਦਾ ਹੀ ਖਿਆਲ ਰੱਖਦਾ ਹੈ। ਸੋ ਜਨਮ ਕੁੰਡਲੀ ਕੀ ਹੈ? ਜਨਮ ਕੁੰਡਲੀ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਦੇਖਿਆ ਜਾਂਦਾ ਹੈ ਕਿ ਵੱਖ-ਵੱਖ ਪਲੈਨਟ ਕਿੱਥੇ ਕਿੱਥੇ ਹਨ। ਤਾਂ ਮੰਗਲੀਕ ਦੇ ਵਿੱਚ ਕੀ ਹੁੰਦਾ ਕਿ ਸਿਰਫ ਮੰਗਲ ਗ੍ਰਹਿ ਨੂੰ ਹੀ ਅਹਿਮੀਅਤ ਦੇ ਦਿੱਤੀ ਜਾਂਦੀ ਹੈ। ਹੁਣ ਇੱਥੇ ਬੜੀ ਦਿਲਚਸਪ ਗੱਲ ਇਹ ਹੈ ਕਿ ਉੱਤਰੀ ਭਾਰਤ ਦੀਆਂ ਕੁੰਡਲੀਆਂ ਅਤੇ ਦੱਖਣੀ ਭਾਰਤ ਦੀਆਂ ਕੁੰਡਲੀਆਂ ਵਿੱਚ ਫਰਕ ਹੈ। ਉੱਤਰੀ ਭਾਰਤ ਦੀਆਂ ਕੁੰਡਲੀਆਂ ਵਿੱਚ ਜੇਕਰ ਮੰਗਲ ਪਹਿਲੀ ਰਾਸ਼ੀ ਵਿੱਚ, ਚੌਥੀ, 7ਵੀਂ, 8ਵੀਂ ਅਤੇ 12ਵੀਂ ਰਾਸ਼ੀ ਵਿੱਚ ਹੋਏਗਾ ਤਾਂ ਮੰਗਲੀਕ ਹੋਏਗਾ, ਬੱਚਾ ਮੰਗਲੀਕ ਹੋਏਗਾ। ਇਹਦੇ ਨਾਲ ਹੋਰ ਵੀ ਫੈਕਟਰ ਹੈਗੇ ਨੇ, ਪਰ ਅਸੀਂ ਇਕੱਲੇ ਮੰਗਲ ਦੀ ਗੱਲ ਕਰ ਲਈਏ। ਪਰੰਤੂ ਜੇ ਦੱਖਣੀ ਭਾਰਤ ਦੀ ਗੱਲ ਕਰੀਏ, ਇਹਨਾਂ ਸਾਰੇ ਪਹਿਲਾ, ਚੌਥਾ, 7ਵਾਂ, 8ਵਾਂ ਅਤੇ 12ਵੀਂ ਰਾਸ਼ੀ ਦੇ ਨਾਲ ਨਾਲ ਦੂਜੀ ਰਾਸ਼ੀ ਵਿੱਚ ਵੀ ਜੇਕਰ ਮੰਗਲ ਹੈ ਅਤੇ 5ਵੀਂ ਰਾਸ਼ੀ ਵਿੱਚ ਵੀ ਜੇਕਰ ਮੰਗਲ ਹੈ ਤਾਂ ਵੀ ਉਹ ਮੰਗਲੀਕ ਹੈ। ਇਹਦਾ ਮਤਲਬ ਕੀ ਹੋਇਆ ਕਿ ਜੇਕਰ ਬੱਚਾ ਉੱਤਰੀ ਭਾਰਤ ਵਿੱਚ ਜੰਮਦਾ ਹੈ ਅਤੇ ਉਸ ਦੀ ਦੂਜੀ ਰਾਸ਼ੀ ਵਿੱਚ ਜਦੋਂ ਉਹਦੀ ਦੂਜੀ ਰਾਸ਼ੀ ਬਣਦੀ ਹੈ ਅਤੇ ਮੰਗਲ ਹੈ ਤਾਂ ਉੱਤਰੀ ਭਾਰਤ ਵਿੱਚੋਂ ਮੰਗਲੀਕ ਨਹੀਂ ਹੈ। ਪਰੰਤੂ ਜੇਕਰ ਉਹ ਦੱਖਣੀ ਭਾਰਤ ਵਿੱਚ ਚਲਾ ਗਿਆ, ਕੇਰਲਾ ਵਿੱਚ ਹੈ, ਤਾਮਿਲਨਾਡੂ ਵਿੱਚ ਹੈ, ਕਰਨਾਟਕਾ ਵਿੱਚ ਹੈ, ਤਾਂ ਉਹ ਕੀ ਹੋਏਗਾ? ਮੰਗਲੀਕ ਹੋਏਗਾ। ਸੋ ਇੱਥੋਂ ਪਤਾ ਲੱਗਦਾ ਹੈ ਕਿ ਅਸਲ ਵਿੱਚ ਜਨਮ ਕੁੰਡਲੀਆਂ ਜਿਹੜੀਆਂ ਨੇ ਇਹਨਾਂ ਨੂੰ ਬੜੀ ਕੰਟਰੋਵਰਸ਼ੀਅਲ ਸਥਿਤੀ ਦੇ ਰਾਹੀਂ ਵਰਤਿਆ ਜਾਂਦਾ ਹੈ ਅਤੇ ਮੰਗਲ ਦਾ ਡਰਾਬਾ ਦੇ ਕੇ ਮੰਗਲੀਕ ਕਿਹਾ ਜਾਂਦਾ ਹੈ। ਅਸਲ ਵਿੱਚ ਮੰਗਲੂਕ ਕੁਝ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਇਹਦਾ ਅਸੀਂ ਕਾਰਨ ਜਾਣਦੇ ਹਾਂ। ਕਿਉਂਕਿ ਜਨਮ ਕੁੰਡਲੀ ਜਿਹੜੀ ਹੈਗੀ ਹੈ ਇਹ ਕੋਈ ਭਵਿੱਖ ਨਹੀਂ ਦੱਸਦੀ। ਪੁਰਾਣੇ ਜ਼ਮਾਨਿਆਂ ਵਿੱਚ ਪਿੰਡਾਂ ਅਤੇ ਸ਼ਹਿਰਾਂ ਅਤੇ ਕਸਬਿਆਂ ਦੇ ਵਿੱਚ ਬਹੁਤੇ ਲੋਕ ਪੜ੍ਹੇ ਲਿਖੇ ਨਹੀਂ ਸੀ ਹੁੰਦੇ, ਇਸ ਕਰਕੇ ਉਹ ਬੱਚੇ ਦੇ ਜਨਮ ਦੀ ਜੋ ਤਰੀਕ ਹੈ ਜਾਂ ਮਹੀਨਾ ਹੈ ਜਾਂ ਸਾਲ ਹੈ ਉਹ ਲਿਖ ਨਹੀਂ ਸੀ ਸਕਦੇ। ਫਿਰ ਕੌਣ ਲਿਖਦਾ ਸੀ? ਪਿੰਡ ਦਾ ਪਾਧਾ ਜਾਂ ਪੰਡਤ, ਉਹ ਹੀ ਪੜ੍ਹਿਆ ਹੁੰਦਾ ਸੀ ਅਤੇ ਉਹ ਉਸ ਕੋਲ ਜਾ ਕੇ ਸਾਰਾ ਕੁਝ ਨੋਟ ਕਰਵਾ ਦਿੰਦੇ ਸੀ ਅਤੇ ਉਹ ਨੋਟ ਕਰ ਲੈਂਦਾ ਸੀ। ਤਾਂ ਉਹ ਕਿਵੇਂ ਨੋਟ ਕਰਦਾ ਸੀ? ਅਸਲ ਵਿੱਚ ਜਨਮ ਕੁੰਡਲੀ ਬੱਚੇ ਦੀ ਸਿਰਫ ਜਨਮ ਤਰੀਕ ਹੈ। ਇਹ ਜਨਮ ਤਰੀਕ ਕਿਵੇਂ ਨੋਟ ਕੀਤੀ ਜਾਂਦੀ ਸੀ? ਉਸੇ ਤਰੀਕੇ ਨਾਲ 12 ਦੇ 12 ਖਾਨੇ ਬਣਾ ਲਏ ਜਾਂਦੇ ਸੀਗੇ ਅਤੇ ਬੱਚੇ ਦੇ ਹੁਣ ਜੋ ਦਿਨ ਹੁੰਦਾ ਸੀਗਾ ਇਹ ਅਸੀਂ 12 ਉਸੇ ਤਰ੍ਹਾਂ ਲਗਾਈਏ ਜਿਸ ਤਰ੍ਹਾਂ ਜੋਤਸ਼ੀ ਲਗਾਉਂਦੇ ਹਨ। ਅਸਲ 'ਚ ਜਨਮ ਕੁੰਡਲੀ ਕੀ ਹੈ? ਅਸੀਂ ਹੁਣ ਦੇਖਣਾ ਹੈ ਕਿ ਬੱਚੇ ਦਾ ਜੇਕਰ ਅੱਜ ਜਨਮ ਹੁੰਦਾ ਹੈ ਤਾਂ ਅੱਜ ਨਛੱਤਰ ਕਿਹੜਾ ਸੀ? ਨਛੱਤਰ
ਕਿਉਂਕਿ ਨਛੱਤਰ 27 ਹਨ। ਇਸ ਕਰਕੇ ਪੁਰਾਣੇ ਜ਼ਮਾਨੇ ਵਿੱਚ ਭਾਰਤ ਵਿੱਚ ਕਦੇ ਵੀ 7 ਦਿਨ ਨਹੀਂ ਸੀ ਹੁੰਦੇ। 27 ਨਛੱਤਰ ਮਤਲਬ 27 ਤਰੀਕਾਂ ਹੁੰਦੀਆਂ ਸਨ। 27 ਤਰੀਕ ਤੋਂ 27 ਨਛੱਤਰਾਂ ਦਾ ਮਤਲਬ ਇਹ ਹੁੰਦਾ ਸੀਗਾ। ਅਤੇ ਫਿਰ ਇਸ ਦੇ ਨਾਲ ਹੋਰ ਕੀ ਜੁੜਿਆ ਹੁੰਦਾ ਸੀਗਾ, ਕਿਉਂਕਿ ਨਛੱਤਰ ਦੇ ਕੋਲ ਹੁੰਦਾ ਸੀ ਚੰਦ। ਸੋ ਚੰਦਰਮਾ ਜਦੋਂ ਜਾਂਦਾ ਸੀ ਤਾਂ ਤਿਥ ਬਣਦੀ ਸੀ। ਤਿਥ ਤਾਂ ਨੋਟ ਕਰ ਲਿਆ ਕਿ ਮੰਨ ਲਓ ਜਿੱਦੇ ਬੱਚੇ ਦਾ ਜਨਮ ਹੋਇਆ ਤਾਂ ਚੰਦਰਮਾ ਚੌਥੀ ਰਾਸ਼ੀ ਵਿੱਚ ਸੀਗਾ, ਅਤੇ ਚੌਥੀ ਰਾਸ਼ੀ ਦਾ ਨਛੱਤਰ ਕਿਹੜਾ ਬਣਦਾ ਹੈ ਅਤੇ ਦਿਨ ਕਿਹੜਾ ਬਣਦਾ ਹੈ। ਸੋ ਇਹ ਪਹਿਲਾ ਦਿਨ ਇਹ ਨੋਟ ਕਰ ਲਿਆ ਗਿਆ। ਅਤੇ ਫਿਰ ਅੱਗੇ ਆ ਗਿਆ ਮਹੀਨਾ। ਇਹ ਦਿਨ ਨੋਟ ਹੋ ਗਿਆ। ਹੁਣ ਆ ਗਿਆ ਮਹੀਨਾ। ਮਹੀਨਾ ਸਾਨੂੰ ਖੁਦ ਪਤਾ ਹੈ ਕਿ ਚੰਦਰਮਾ ਤੋਂ ਨੋਟ ਕੀਤਾ ਜਾਂਦਾ ਹੈ, ਚੰਦ ਤੋਂ ਮਹੀਨਾ, ਕਿਉਂਕਿ ਇਹ ਜਿਹੜਾ ਮਹੀਨਾ ਹੈ ਇਸ ਤਰੀਕੇ। ਅਗਲਾ ਮਹੀਨਾ ਸੂਰਜ ਤੋਂ ਨੋਟ ਕੀਤਾ ਜਾਂਦਾ ਹੈ, ਕਿਉਂਕਿ ਸੂਰਜ ਜਿਹੜਾ ਹੈ ਇੱਕ ਰਾਸ਼ੀ ਵਿੱਚ ਇੱਕ ਮਹੀਨਾ ਰਹਿੰਦਾ ਹੈ। ਸੋ ਇੱਥੋਂ ਪਤਾ ਲੱਗ ਗਿਆ, ਮਹੀਨਾ ਵੀ ਨੋਟ ਹੋ ਗਿਆ। ਅਤੇ ਫਿਰ ਆ ਗਈ ਗੱਲ ਸਾਲ ਦੀ। ਸਾਲ ਜਿਹੜਾ ਹੈ ਇਹ ਤਾਰਿਆਂ ਤੋਂ ਨੋਟ ਕੀਤਾ ਜਾਂਦਾ ਹੈ, ਕਿਉਂਕਿ ਤਾਰੇ ਜਿਹੜੇ ਨੇ ਇਹ ਸਾਲ ਦੇ ਬਾਅਦ ਉਸੇ ਥਾਂ ਤੋਂ ਉਸੇ ਟਾਈਮ 'ਤੇ ਚੜ੍ਹਦੇ ਹਨ ਅਤੇ ਤਾਰਿਆਂ ਤੋਂ ਸਾਲ ਦਾ ਪਤਾ ਲੱਗਣ ਲੱਗ ਗਿਆ। ਮਤਲਬ ਹੁਣ ਜਿਹੜੇ ਨਛੱਤਰ ਨੇ ਇਹਨੂੰ ਵੀ ਨਕਸ਼ਾ ਜਮਾ ਤਾਰਾ ਤੋਂ ਨਕਸ਼ਾ ਤਾਰਾ ਨਕਸ਼ੱਤਰ, ਸੋ ਇਹਨਾਂ ਨੂੰ ਵੀ ਤਾਰੇ ਹੀ ਮੰਨ ਲਿਆ ਗਿਆ। ਹਾਂ, ਜੇਕਰ ਗ੍ਰਹਿਾਂ ਦੀ ਗੱਲ ਕਰੀਏ, ਗ੍ਰਹਿਾਂ ਦਾ ਕੀ ਮਹੱਤਵ ਹੈ? ਹਾਂ, ਇਹ ਗ੍ਰਹਿਾਂ ਤੋਂ ਡਰਾਇਆ ਜਾਂਦਾ ਹੈ, ਪਰੰਤੂ ਗ੍ਰਹਿਾਂ ਦਾ ਮਹੱਤਵ ਕੀ ਹੈ? ਗ੍ਰਹਿਾਂ ਦਾ ਮਹੱਤਵ ਹੈ ਕਿ ਕਿੰਨੇ ਸਾਲ ਜਦੋਂ ਪਤਾ ਕਰਨੇ ਹਨ। ਜਿਵੇਂ ਜੇਕਰ ਬ੍ਰਹਿਸਪਤੀ ਗ੍ਰਹਿ ਦੀ ਗੱਲ ਕਰੀਏ, ਬ੍ਰਹਿਸਪਤੀ ਗ੍ਰਹਿ ਇੱਕ ਸਾਲ ਵਿੱਚ ਇੱਕ ਰਾਸ਼ੀ ਵਿੱਚ ਲਗਭਗ 1 ਸਾਲ ਰਹਿੰਦਾ ਹੈ। ਇਹਦਾ ਮਤਲਬ ਕੀ ਹੋਇਆ ਕਿ ਸਾਰੀਆਂ ਰਾਸ਼ੀਆਂ ਵਿੱਚੋਂ ਜਾਂਦਾ ਹੋਇਆ ਲਗਭਗ 11.5 ਸਾਲ ਲਾ ਦਿੰਦਾ ਹੈ। ਤਾਂ ਜੇਕਰ ਬ੍ਰਹਿਸਪਤੀ ਦੂਜੀ ਰਾਸ਼ੀ ਵਿੱਚ ਹੈ ਤਾਂ 1 ਸਾਲ ਇੱਥੇ, ਇੱਕ ਇੱਥੇ, ਇੱਕ ਇੱਥੇ, ਇੱਥੇ, ਮਤਲਬ ਲਗਭਗ ਜਦੋਂ ਉਹ ਦੂਜੀ ਰਾਸ਼ੀ 'ਚ ਆਏਗਾ ਤਾਂ ਬੱਚੇ ਦੀ ਉਮਰ 11.5 ਸਾਲ ਜਾਂ ਲਗਭਗ 12 ਸਾਲ ਪਤਾ ਲੱਗ ਗਈ। ਹੁਣ 12 ਸਾਲ ਤੋਂ ਵੱਡੇ ਸਾਲ ਕਿਵੇਂ ਯਾਦ ਰੱਖੇ ਜਾਣ? ਫਿਰ ਕੀ ਸੀਗਾ? ਸ਼ਨੀ ਗ੍ਰਹਿ। ਸ਼ਨੀ ਗ੍ਰਹਿ ਇੱਕ ਰਾਸ਼ੀ ਵਿੱਚ 2.5 ਸਾਲ ਰਹਿੰਦਾ ਹੈ, ਜਿਹਨੂੰ ਢਾਇਆ ਕਹਿੰਦੇ ਨੇ। ਇੱਕ ਰਾਸ਼ੀ ਵਿੱਚ 2.5 ਸਾਲ ਹੋ ਗਏ ਤਾਂ 12 ਰਾਸ਼ੀਆਂ ਵਿੱਚ 30 ਸਾਲ। 30 ਸਾਲ ਇਹਦਾ ਮਤਲਬ ਕੀ ਹੋਇਆ? ਸ਼ਨੀ ਜੇਕਰ ਬੱਚੇ ਦੇ ਜਨਮ ਵੇਲੇ 7ਵੀਂ ਰਾਸ਼ੀ ਵਿੱਚ ਸੀ ਸ਼ਨੀ, ਕਿਉਂਕਿ ਉਦੋਂ ਪੰਡਤ ਜੀ ਨੇ ਨੋਟ ਕਰ ਲਿਆ ਸੀਗਾ ਜਿਸ ਦਿਨ ਉਹਦਾ ਜਨਮ ਹੋਇਆ ਸੀ। ਹੁਣ ਜਦੋਂ ਵੀ ਅਸੀਂ ਜਾਵਾਂਗੇ ਸ਼ਨੀ ਨੂੰ ਗਿਣਾਂਗੇ ਕੁੰਡਲੀ ਦੇਖ ਕੇ। ਜੇ ਜਾਣੇ ਕਿ ਸਾਡੇ ਬੱਚੇ ਦਾ ਜਨਮ ਦੱਸੋ ਜੀ ਕਿੰਨੇ ਸਾਲਾਂ ਦਾ ਹੋ ਗਿਆ, ਤਾਂ ਸ਼ਨੀ ਕਿਉਂਕਿ ਇੱਕ ਰਾਸ਼ੀ 'ਚ 2.5 ਸਾਲ ਰਹਿੰਦਾ ਹੈ, ਜੇ ਉਹ 5 ਰਾਸ਼ੀਆਂ ਟੱਪ ਗਿਆ ਤਾਂ 12.5 ਸਾਲ ਦਾ ਹੋ ਗਿਆ ਜੀ। ਜੇ ਉਹ 10 ਰਾਸ਼ੀਆਂ ਟੱਪ ਗਿਆ, ਮਤਲਬ ਕੀ ਹੈ ਕਿ ਇਸ ਤਰੀਕੇ ਨਾਲ ਉਮਰ ਕੈਲਕੂਲੇਟ ਕੀਤੀ ਜਾਂਦੀ ਸੀ। ਹੁਣ ਕੀ ਹੋਇਆ ਕਿ 11.5 ਸਾਲ ਵੀ ਕੈਲਕੂਲੇਟ ਹੋ ਗਏ, 30 ਸਾਲ ਵੀ ਅਸੀਂ ਗਣਨਾ ਕਰ ਲਈ ਹੈ। ਅਤੇ ਫਿਰ ਜਦੋਂ ਸ਼ਨੀ ਫਿਰ ਉਸੇ ਰਾਸ਼ੀ ਵਿੱਚ ਆ ਤਾਂ 60 ਸਾਲ ਦਾ ਬੰਦਾ ਹੋ ਗਿਆ, ਅਤੇ ਜਦੋਂ ਤੀਜਾ ਚੱਕਰ ਲਾ ਕੇ ਉਸੇ ਰਾਸ਼ੀ ਵਿੱਚ ਆਉਂਦਾ ਤਾਂ 90 ਸਾਲ ਦਾ ਹੋ ਗਿਆ। ਬਸ 90 ਸਾਲ ਤੋਂ ਅੱਗੇ ਵੱਡੀ ਉਮਰ ਹੁੰਦੀ ਨਹੀਂ ਸੀ। ਜਨਮ ਕੁੰਡਲੀ ਅਸਲ ਵਿੱਚ ਇੱਕ ਜਨਮ ਤਰੀਕ ਹੈ, ਡੇਟ ਆਫ ਬਰਥ ਹੈ, ਹੋਰ ਕੁਝ ਨਹੀਂ ਹੈ, ਡੇਟ ਆਫ ਬਰਥ ਹੈ। ਇਸ ਕਰਕੇ ਸਾਥੀਓ ਦੇਖਣਾ ਇਹ ਹੈ ਕਿ ਜਨਮ ਕੁੰਡਲੀ ਜਿਹੜੀ ਕਿ ਕਿਸੇ ਟਾਈਮ 'ਤੇ ਡੇਟ ਆਫ ਬਰਥ ਨੂੰ ਰਿਕਾਰਡ ਕਰਨ ਲਈ ਵਰਤੀ ਜਾਂਦੀ ਸੀ ਅਤੇ ਬੱਚੇ ਦੀ ਉਮਰ ਦੀ ਗਣਨਾ ਕੈਲਕੂਲੇਸ਼ਨ ਕਰਨ ਵਾਸਤੇ ਵਰਤੀ ਜਾਂਦੀ ਸੀ, ਅੱਜ ਉਸ ਨੂੰ ਡਰਾਉਣ ਵਾਸਤੇ ਬਣਾ ਲਿਆ ਗਿਆ। ਸੋ ਮੰਗਲੀਕ ਅਸਲ ਵਿੱਚ ਉੱਤਰੀ ਭਾਰਤ ਵਿੱਚ ਹੋਰ, ਦੱਖਣੀ ਭਾਰਤ ਵਿੱਚ ਹੋਰ ਹੁੰਦਾ ਹੈ। ਹਾਂ, ਕੁੰਡਲੀ ਵਿੱਚ ਗ੍ਰਹਿਾਂ ਦੇ ਬਾਰੇ ਅਸੀਂ ਗੱਲ ਕਰ ਰਹੀ ਹੈ, ਪਰ ਕਿਉਂਕਿ ਅੱਜ ਦੀ ਜਿਹੜੀ ਵੀਡੀਓ ਸਾਡੀ ਹੈ ਇਹ ਮੰਗਲੀਕ ਬਾਰੇ ਹੈ, ਤਾਂ ਮੰਗਲ ਗ੍ਰਹਿ ਬਾਰੇ ਅਸੀਂ ਵਿਸ਼ੇਸ਼ ਤੌਰ 'ਤੇ ਜਾਣਕਾਰੀ ਹਾਸਲ ਕਰ ਰਹੇ ਹਾਂ ਕਿ ਅਸਲ ਵਿੱਚ ਕੁੰਡਲੀ ਦੇ ਵਿੱਚ ਮੰਗਲ ਦਾ ਕੀ ਰੋਲ ਹੈ। ਸੋ ਕੁੰਡਲੀ ਅਸੀਂ ਬਣਾ ਲਵਾਂਗੇ ਦੁਬਾਰਾ ਫਿਰ, ਅਤੇ ਉਸੇ ਤਰ੍ਹਾਂ ਹੀ ਸਾਨੂੰ ਪਤਾ ਹੈ ਕਿ ਮੰਗਲ ਗ੍ਰਹਿ ਇਹ ਚੱਕਰ ਕੱਢਦਾ ਸਾਰੀਆਂ ਰਾਸ਼ੀਆਂ ਵਿੱਚੋਂ ਘੁੰਮਦਾ ਕਿੰਨਾ ਸਮਾਂ ਲਾਉਂਦਾ ਹੈ? ਇਹ ਲਗਭਗ 2 ਸਾਲ ਦਾ ਸਮਾਂ ਲਾਉਂਦਾ ਹੈ। ਮੰਗਲ 2 ਸਾਲ। ਇਹ ਵੱਧ ਘੱਟ ਹੁੰਦਾ ਹੈ। ਕਿਉਂ ਹੁੰਦਾ ਹੈ? ਅਸਲ ਵਿੱਚ ਮੰਗਲ ਜਿਹੜਾ ਹੈ ਕਿਸੇ ਵੀ ਇੱਕ ਰਾਸ਼ੀ ਵਿੱਚ 2 ਮਹੀਨੇ
ਰਹਿੰਦਾ ਹੈ। ਪਰ ਜਦੋਂ ਇਸ ਦੀ ਵਕਰੀ ਗਤੀ ਹੁੰਦੀ ਹੈ, ਵਕਰੀ ਗਤੀ, ਉਦੋਂ ਇਹ 7 ਮਹੀਨੇ ਦਾ ਸਮਾਂ ਵੀ ਲਾ ਦਿੰਦਾ ਹੈ। ਇਸ ਕਰਕੇ ਕੀ ਹੈ ਕਿ ਜਦੋਂ ਅਸੀਂ ਕਿਸੇ ਬੱਚੇ ਦੀ ਉਮਰ ਕੈਲਕੂਲੇਟ ਕਰਨੀ ਹੈ ਕਿ ਜਨਮ ਵੇਲੇ ਮੰਨ ਲਓ ਕਿ ਮੰਗਲ ਗ੍ਰਹਿ ਜਿਹੜਾ ਸੀਗਾ ਉਹ ਤੀਜੀ ਸਥਿਤੀ ਵਿੱਚ ਸੀ, ਪਰੰਤੂ ਹੁਣ ਅਸੀਂ ਜਦੋਂ ਬੱਚੇ ਦੀ ਉਮਰ ਪਤਾ ਕਰਨ ਜਾਵਾਂਗੇ ਤਾਂ ਮੰਗਲ ਗ੍ਰਹਿ ਕਿਹੜੇ ਘਰ ਦੇ ਵਿੱਚ ਸਥਿਤ ਹੈ। ਜੇ 10ਵੇਂ ਵਿੱਚ ਸਥਿਤ ਹੈ ਤਾਂ ਅਸੀਂ ਉਸ ਦਾ ਦੇਖਾਂਗੇ ਕਿ ਉਸ ਦੀ ਕੈਲਕੂਲੇਸ਼ਨ ਇਸ ਦੇ ਹਿਸਾਬ ਨਾਲ ਕਰ ਲਵਾਂਗੇ, ਕਿਉਂਕਿ ਇੱਕ ਰਾਸ਼ੀ ਵਿੱਚ 2 ਮਹੀਨੇ ਰਹਿੰਦਾ ਹੈ, ਜੇ ਵਕਰੀ ਗਤੀ ਵਾਲਾ ਮਹੀਨਾ ਹੈ ਤਾਂ 7 ਮਹੀਨੇ ਰਹਿੰਦਾ ਹੈ। ਮਤਲਬ ਕੀ ਹੈ ਕਿ ਮੰਗਲ ਦਾ ਮੰਗਲੀਕ ਹੋਣ ਨਾਲ ਕੋਈ ਸੰਬੰਧ ਨਹੀਂ ਹੈ, ਪਰੰਤੂ ਮੰਗਲ ਵੀ ਕਿਸੇ ਵੀ ਵਿਅਕਤੀ ਦੀ ਉਮਰ ਦੀ ਗਣਨਾ ਕਰਨ ਦੇ ਲਈ, ਕੈਲਕੂਲੇਟ ਕਰਨ ਦੇ ਲਈ ਬਹੁਤ ਜ਼ਰੂਰੀ ਹੈ ਅਤੇ ਗਣਨਾ ਹੀ ਕੀਤੀ ਜਾਂਦੀ ਹੈ। ਅਤੇ ਇਸ ਜਨਮ ਤਰੀਕ ਨੂੰ ਮਤਲਬ ਕਿ ਕੁੰਡਲੀ ਦਿਖਾਉਣ 'ਤੇ ਕਿਸੇ ਬੱਚੇ ਦੀ ਐਗਜ਼ੈਕਟ ਜਨਮ ਤਰੀਕ ਤਾਂ ਦੱਸੀ ਜਾ ਸਕਦੀ ਹੈ, ਪਰ ਭਵਿੱਖ ਨਹੀਂ ਦੱਸਿਆ ਜਾ ਸਕਦਾ। ਆਓ ਦੇਖੀਏ ਤਾਰਾ ਵਿਗਿਆਨ ਅਨੁਸਾਰ ਮੰਗਲ ਗ੍ਰਹਿ ਦਾ ਅਸਰ ਕੀ ਹੁੰਦਾ ਹੈ। ਅਸੀਂ 2 ਸਥਿਤੀਆਂ ਲਈਆਂ ਹਨ। ਪਹਿਲੀ ਸਥਿਤੀ ਵਿੱਚ ਇਹ ਧਰਤੀ ਹੈ ਅਤੇ ਇਹ ਮੰਗਲ ਹੈ। ਇਹ ਇੱਕ ਦੂਜੇ ਦੇ ਸਾਲ ਵਿੱਚ ਇਹ ਨਜ਼ਦੀਕ ਵੀ ਆ ਜਾਂਦੇ ਨੇ, ਤਾਂ 2 ਮਹੀਨੇ ਮੰਗਲ ਧਰਤੀ ਦੇ ਬਹੁਤ ਨਜ਼ਦੀਕ ਰਹਿੰਦਾ ਹੈ। ਮੰਨਿਆ ਕਿ ਹੋ ਸਕਦਾ ਇੱਥੇ ਕੋਈ ਅਸਰ ਹੁੰਦਾ ਹੋਵੇ, ਪਰ ਅਸਰ ਵੀ ਕਿਹੋ ਜਿਹਾ? ਕੀ ਅਸੀਂ ਮੰਗਲ ਗ੍ਰਹਿ ਅਤੇ ਧਰਤੀ ਦੇ ਨੇੜੇ ਹੋਣ 'ਤੇ ਕਦੇ ਦੇਖਿਆ ਹੈ ਕਿ ਜੂਨ ਦੇ ਮਹੀਨੇ ਵੀ ਬਹੁਤ ਠੰਡ ਪੈਣ ਲੱਗ ਗਈ? ਜਾਂ ਫਿਰ ਜਦੋਂ ਕਦੇ ਮਾਰਸ ਧਰਤੀ ਬਹੁਤ ਨੇੜੇ ਸੀ, ਕਦੇ ਅਸੀਂ ਇਹ ਦੇਖਿਆ ਹੈ ਕਿ ਦਸੰਬਰ ਦੇ ਮਹੀਨੇ ਬਹੁਤ ਸਾਰੀ ਗਰਮੀ ਪੈਣ ਲੱਗ ਗਈ? ਇਹ ਕਦੀ ਨਹੀਂ ਹੋਇਆ ਜਦੋਂ ਕਿ ਇਹ ਦਸੰਬਰ ਅਤੇ ਜੂਨ ਦੇ ਮਹੀਨੇ ਵਾਪਰਦਾ ਹੈ। ਦੂਜੀ ਸਥਿਤੀ ਵਿੱਚ ਕੀ ਹੈ? ਧਰਤੀ ਗੇੜਾ ਕੱਢ ਕੇ ਫਿਰ ਆਪਣੇ ਇਸ ਥਾਂ 'ਤੇ ਆ ਗਈ ਹੈ ਸੂਰਜ ਦੁਆਲੇ, ਅਤੇ ਮਾਰਸ ਦੂਜੇ ਪਾਸੇ ਪਹੁੰਚ ਗਿਆ। ਹੁਣ ਕੀ ਹੋਇਆ ਕਿ ਇਹ ਦੋਨੇ ਇੱਕ ਦੂਜੇ ਦੇ ਉਲਟ ਨੇ। ਹੁਣ ਜਿਹੜਾ ਬੱਚਾ ਧਰਤੀ 'ਤੇ ਜਨਮ ਲੈਂਦਾ, ਚਾਹੇ ਉਹ ਪਹਿਲੀ ਰਾਸ਼ੀ, ਉਹਦੀ ਲਗਨ ਰਾਸ਼ੀ ਪਹਿਲੀ ਸੀ ਅਤੇ ਪਹਿਲੀ ਰਾਸ਼ੀ ਦੇ ਵਿੱਚ ਹੋਣ ਕਰਕੇ ਇਹ ਮੰਗਲੀਕ ਹੋਣਾ ਚਾਹੀਦਾ ਸੀ, ਜਾਂ ਮੰਨ ਲਓ ਇਹ ਜਦੋਂ ਬੱਚਾ ਜੰਮਿਆ ਤਾਂ ਚੌਥੀ ਰਾਸ਼ੀ ਵਿੱਚ ਸੀਗਾ ਤਾਂ ਵੀ ਮੰਗਲੀਕ ਹੋਣਾ ਚਾਹੀਦਾ ਸੀ। ਪਰ ਦੋਸਤੋ, ਇਸ ਗੱਲ ਦਾ ਆਪਾਂ ਨੂੰ ਵੀ ਭਲੀ ਭਾਂਤ ਅੰਦਾਜ਼ਾ ਹੈ ਕਿ ਜਦੋਂ ਇਹ ਇੱਕ ਦੂਜੇ ਦੇ ਉਲਟ ਹਨ ਅਤੇ ਸੂਰਜ ਲੱਖਾਂ ਗੁਣਾ ਵੱਡਾ ਸੂਰਜ ਇਸ ਦੇ ਵਿਚਕਾਰ ਆ ਗਿਆ, ਤਾਂ ਕਮ ਸੇ ਕਮ ਚਾਹੇ ਮੰਗਲ ਪਹਿਲੀ, ਚੌਥੀ, 7ਵੀਂ, 8ਵੀਂ, 12ਵੀਂ ਰਾਸ਼ੀ ਵਿੱਚ ਵੀ ਹੋਵੇ, ਪਰੰਤੂ ਸੂਰਜ ਦੇ ਵਿਚਕਾਰ ਆਉਣ ਨਾਲ ਇਸ ਦਾ ਮੰਗਲੀਕ ਵਾਲਾ ਕੋਈ ਅਸਰ ਨਹੀਂ ਹੋਣਾ ਚਾਹੀਦਾ। ਅਤੇ ਜੋਤਿਸ਼ ਨੂੰ ਇਹ ਗੱਲ ਮੰਨਣੀ ਚਾਹੀਦੀ ਹੈ ਕਿ ਹਾਂ, ਕਿਉਂਕਿ ਮੰਗਲ ਦੂਜੇ ਗ੍ਰਹਿ ਪਾਸੇ ਸੀ, ਚਾਹੇ ਉਹ ਇਸ ਰਾਸ਼ੀ ਵਿੱਚ ਵੀ ਸੀਗਾ, ਤਾਂ ਬੱਚਾ ਮੰਗਲੀਕ ਨਹੀਂ ਹੈ। ਪਰੰਤੂ ਜੋਤਿਸ਼ ਇਹ ਗੱਲ ਕਦੀ ਵੀ ਨਹੀਂ ਮੰਨਦਾ। ਸੋ ਵਿਗਿਆਨਕ ਤੌਰ 'ਤੇ ਸਪਸ਼ਟ ਹੈ ਕਿ ਮੰਗਲੀਕ ਮੰਗਲੂਕ ਕੁਝ ਨਹੀਂ ਹੁੰਦਾ। ਹੁਣ ਆਪਾਂ ਇਹ ਵੀ ਜਾਂਦੇ ਜਾਂਦੇ ਡਿਸਕਸ ਕਰ ਲਈਏ ਕਿ ਕੀ ਜੋਤਿਸ਼ ਵਿਗਿਆਨ ਹੈ ਕਿ ਨਹੀਂ ਹੈ। ਸਾਰੀ ਦੁਨੀਆ ਕਹਿੰਦੀ ਹੈ ਕਿ ਜੋਤਿਸ਼ ਵਿਗਿਆਨ ਹੈ, ਪਰੰਤੂ ਜੋਤਿਸ਼ ਵਿਗਿਆਨ ਨਹੀਂ ਹੈ। ਇਸ ਦਾ ਪਹਿਲਾ ਕਾਰਨ ਹੈ ਕਿ ਕਿਸੇ ਵੀ ਵਿਗਿਆਨ ਦੀ ਕਿਤਾਬ ਦੇ ਵਿੱਚ ਜੋਤਿਸ਼ ਦਾ ਕੋਈ ਵੀ ਪਾਠ ਤੁਹਾਨੂੰ ਨਹੀਂ ਮਿਲੇਗਾ। ਤੀਜੀ ਕਲਾਸ ਤੋਂ ਵਿਗਿਆਨ ਸ਼ੁਰੂ ਹੋ ਜਾਂਦੀ ਹੈ ਅਤੇ MSc ਤੱਕ ਜਾਂਦੇ ਜਾਂਦੇ ਤੁਸੀਂ ਕਿਸੇ ਵੀ ਵਿਗਿਆਨ ਦੀ ਕਿਤਾਬ ਵਿੱਚ ਜੋਤਿਸ਼ ਦਾ ਪਾਠ ਨਹੀਂ ਪੜ੍ਹੋਗੇ। ਨੰਬਰ 2, ਵਿਗਿਆਨ ਜੋ ਹੈ ਸਾਰੇ ਸੰਸਾਰ ਵਿੱਚ ਇੱਕੋ ਜਿਹਾ ਹੈ, ਸਾਰੇ ਦੇਸ਼ਾਂ ਵਿੱਚ ਇੱਕੋ ਜਿਹਾ ਹੈ, ਪਰੰਤੂ ਜੋਤਿਸ਼ ਸਿਰਫ ਤੇ ਸਿਰਫ ਭਾਰਤ ਵਿੱਚ ਹੈ, ਹੋਰ ਕਿਸੇ ਦੇਸ਼ ਵਿੱਚ ਜੋਤਿਸ਼ ਨਹੀਂ ਹੈ। ਇਸ ਕਰਕੇ ਜੋਤਿਸ਼ ਵਿਗਿਆਨ ਨਹੀਂ ਹੈ। ਤੀਜਾ ਕਾਰਨ, ਜੋ ਸਭ ਤੋਂ ਪ੍ਰਮੁੱਖ ਕਾਰਨ ਹੈ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਗਲੈਕਸੀ ਦੇ ਵਿੱਚ ਸੂਰਜ ਸਾਡਾ ਕੇਂਦਰ ਹੈ। ਸੂਰਜ ਅਤੇ ਸਾਰੇ ਗ੍ਰਹਿ ਇਸ ਦੇ ਆਲੇ ਦੁਆਲੇ ਘੁੰਮਦੇ ਹਨ। ਇਹ ਬੁੱਧ ਹੈ, ਧਰਤੀ ਹੈ, ਇਸੇ ਤਰ੍ਹਾਂ ਇਹ ਸਾਰੇ ਗ੍ਰਹਿ ਜਿਹੜੇ ਨੇ ਇਹ ਸੂਰਜ ਦੁਆਲੇ ਘੁੰਮਦੇ ਹਨ। ਸਾਨੂੰ ਇਸ ਦਾ ਪਤਾ ਹੈ। ਪਰ ਜੋਤਿਸ਼ ਕੀ ਮੰਨਦਾ ਹੈ? ਜੋਤਿਸ਼ ਇੱਕਦਮ ਸਾਰੀਆਂ ਚੀਜ਼ਾਂ ਨੂੰ ਉਲਟ ਮੰਨਦਾ ਹੈ। ਜੋਤਿਸ਼ ਧਰਤੀ ਨੂੰ ਕੇਂਦਰ 'ਤੇ ਰੱਖਦਾ ਹੈ, ਇਸ ਦੇ ਆਲੇ ਦੁਆਲੇ ਸੂਰਜ ਘੁੰਮਦਾ ਹੈ, ਇਸ ਦੇ ਆਲੇ ਦੁਆਲੇ ਚੰਦਰਮਾ ਘੁੰਮਦਾ ਹੈ, ਇਸ ਦੇ ਆਲੇ ਦੁਆਲੇ ਹੋਰ ਸਾਰੇ ਗ੍ਰਹਿ ਘੁੰਮਦੇ ਹਨ। ਸੋ ਸਾਥੀਓ, ਇਸ ਤੋਂ ਵੱਡਾ ਝੂਠ ਹੋਰ ਕੋਈ ਨਹੀਂ ਹੋ ਸਕਦਾ। ਇਹ ਸਭ ਤੋਂ ਵੱਡਾ ਸਬੂਤ ਹੈ ਕਿ ਜੋਤਿਸ਼ ਦਾ ਸ਼ੁਰੂਆਤ ਹੀ ਗਲਤ ਹੈ, ਕਿਉਂਕਿ ਇਸ ਨੇ ਧਰਤੀ ਨੂੰ ਆਪਣਾ ਕੇਂਦਰ ਮੰਨ ਲਿਆ। ਇਹ ਸ਼ੁਰੂਆਤ 'ਚ ਹੀ ਗਲਤ ਹੈ। ਸੋ ਸਾਨੂੰ ਪਤਾ ਹੈ ਕਿ ਜਿਹੜੇ ਸਵਾਲ ਦਾ ਸ਼ੁਰੂਆਤ ਹੀ ਗਲਤ ਹੋ ਜਾਵੇ ਉਹਦਾ ਉੱਤਰ ਕਦੀ ਵੀ ਠੀਕ ਨਹੀਂ ਨਿਕਲਦਾ। ਸੋ ਜੋਤਿਸ਼ ਵਿਗਿਆਨ ਨਹੀਂ ਹੈ। ਹੁਣ ਗੱਲ ਰਹੀ ਮੰਗਲੀਕ ਦੀ। ਮੰਗਲੀਕ ਜੋ ਹੈ ਇਹ ਸਿਰਫ ਇੱਕ ਡਰਾਬਾ ਬਣਾਇਆ ਹੋਇਆ ਹੈ। ਮੰਗਲੀਕ ਹੋਣ ਨਾਲ ਕਿਸੇ ਦੇ ਵੀ ਸਾਥੀ ਦੀ ਮੈਰਿਜ ਤੋਂ ਬਾਅਦ
ਮੌਤ ਹੋਣ ਦਾ ਕੋਈ ਖਦਸ਼ਾ ਨਹੀਂ ਹੈ, ਜਦੋਂ ਕਿ ਮੌਤਾਂ ਤਾਂ ਜੇਕਰ ਅਸੀਂ ਪੂਰਾ ਡਾਟਾ ਇਕੱਠਾ ਕਰੀਏ ਤਾਂ ਹੋਰ ਕਿੰਨੇ ਢੰਗਾਂ ਨਾਲ, ਹੋਰ ਕਿੰਨੇ ਤਰੀਕਿਆਂ ਨਾਲ, ਹੋਰ ਕਿੰਨੇ ਖਤਰਿਆਂ ਨਾਲ ਮੌਤਾਂ ਹੋ ਰਹੀਆਂ ਹਨ, ਤਾਂ ਅਸੀਂ ਇਕੱਲੇ ਮੰਗਲੀਕ ਨੂੰ ਲੈ ਕੇ ਕਦੇ ਵੀ ਰਿਕਾਰਡ ਨਹੀਂ ਰੱਖਿਆ ਗਿਆ। ਸੋ ਮੰਗਲੀਕ ਅਸਲ ਵਿੱਚ ਕੁਝ ਵੀ ਨਹੀਂ ਹੁੰਦਾ, ਪਰ ਉਦੋਂ ਹੋ ਜਾਂਦਾ ਹੈ ਜਦੋਂ ਇੱਕ ਲੜਕਾ ਬਹੁਤ ਕੁਆਲੀਫਾਈਡ ਹੁੰਦਾ ਹੈ ਅਤੇ ਉਹਦੇ ਨਾਲ ਦਾ ਮੈਚ ਜੋ ਹੈ ਲੜਕੀ ਦਾ ਬਹੁਤ ਹੀ ਕੁਆਲੀਫਾਈਡ ਹੋਣ ਕਰਕੇ ਮੈਚ ਤਾਂ ਬਣਨ ਜਾ ਰਿਹਾ ਅਤੇ ਸ਼ਾਦੀ ਹੋ ਰਹੀ ਸੀ, ਪਰੰਤੂ ਕੁੰਡਲੀ ਵਿਚਕਾਰ ਆਉਣ ਕਰਕੇ ਇੱਕ ਨੂੰ ਮੰਗਲੀਕ ਕਹਿ ਦਿੱਤਾ ਗਿਆ ਅਤੇ ਉਹ ਦੋਨਾਂ ਦੀ ਮੈਰਿਜ ਨਹੀਂ ਹੋਈ। ਜਦੋਂ ਕਿ ਜੇਕਰ ਉਹ ਦੋਨਾਂ ਦੀ ਮੈਰਿਜ ਹੋ ਜਾਂਦੀ ਤਾਂ ਉਹ ਬਹੁਤ ਕਾਮਯਾਬ ਹੁੰਦੇ ਆਪਣੀ ਜੀਵਨ ਦੇ ਵਿੱਚ। ਤੋ ਸਾਥੀਓ, ਮੰਗਲੀਕ ਵੈਸੇ ਹੁੰਦਾ ਨਹੀਂ ਹੈ, ਪਰੰਤੂ ਕਿਉਂਕਿ ਇਸ ਨੂੰ ਅਸੀਂ ਮੰਨ ਲਿਆ ਗਿਆ, ਇਸ ਕਰਕੇ ਕਈ ਬਹੁਤ ਵਧੀਆ ਸ਼ਾਦੀਆਂ ਰੁਕ ਰਹੀਆਂ ਨੇ। ਸੋ ਵਿਗਿਆਨ ਦੇ ਤੌਰ 'ਤੇ ਮੰਗਲ ਦਾ ਨਾ ਕਿਸੇ ਉੱਤੇ ਅਸਰ ਹੁੰਦਾ ਹੈ ਅਤੇ ਨਾ ਇਹ ਅਸਰ ਕਦੇ ਵੀ ਗਿਣਿਆ ਮਿਣਿਆ ਜਾ ਸਕਦਾ ਹੈ। ਹਾਂ, ਜੋਤਿਸ਼ ਵਿੱਚ ਇਹ ਵੀ ਹੈ ਕਿ ਜੇ ਤੂੰ ਮੰਗਲੀਕ ਹੈ ਤਾਂ ਆਹ ਪੂਜਾ ਪਾਠ ਕਰਕੇ ਇਸ ਨੂੰ ਦੂਰ ਕੀਤਾ ਜਾ ਸਕਦਾ। ਸਾਥੀਓ, ਇਹ ਸੰਭਵ ਨਹੀਂ ਹੈ। ਸੋ ਸਾਡੀ ਵਿਚਾਰਚਾ ਦਾ ਸਿੱਟਾ ਹੈ ਕਿ ਮੰਗਲੀਕ ਕੁਝ ਵੀ ਚੀਜ਼ ਨਹੀਂ ਹੁੰਦੀ ਅਤੇ ਨਾ ਹੀ ਇਸ ਤੋਂ ਡਰਨ ਦੀ ਲੋੜ ਹੈ। ਆਪਣੇ ਲੜਕੇ ਲੜਕੀਆਂ ਨੂੰ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਅਨੁਸਾਰ ਠੀਕ ਰਿਸ਼ਤੇ ਲੱਭੋ ਅਤੇ ਠੀਕ ਰਿਸ਼ਤੇ ਕਰੋ, ਅਤੇ ਤਾਂ ਹੀ ਅਸੀਂ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਹੈ ਉਹ ਕਾਮਯਾਬ ਰਹੇਗਾ। ਸਾਡਾ ਜੀਵਨ ਜੋ ਹੈ ਇਹ ਤਾਰਿਆਂ 'ਤੇ, ਗ੍ਰਹਿਾਂ 'ਤੇ, ਰਾਸ਼ੀਆਂ 'ਤੇ ਨਿਰਭਰ ਨਹੀਂ ਕਰਦਾ। ਸਾਥੀਓ, ਇਹ ਜੇ ਕਰਦਾ ਹੈ ਤਾਂ ਸਾਡੀ ਦੇਸ਼ ਦੀ ਆਰਥਿਕ ਸਥਿਤੀ ਕਿਹੋ ਜਿਹੀ ਹੈ, ਅੱਜ ਸਾਡੀ ਖੇਤੀਬਾੜੀ ਦਾ ਕੀ ਹਾਲ ਹੈ, ਅੱਜ ਸਾਡੇ ਫੈਕਟਰੀਆਂ ਦਾ ਕੀ ਹਾਲ ਹੈ, ਅੱਜ ਸਾਡੇ ਕੋਲ ਨੌਕਰੀਆਂ ਦਾ ਕੀ ਹਾਲ ਹੈ। ਸਾਡਾ ਜੀਵਨ ਇਹਨਾਂ 'ਤੇ ਜ਼ਰੂਰ ਨਿਰਭਰ ਕਰਦਾ ਹੈ, ਨਾ ਕਿ ਤਾਰਿਆਂ, ਰਾਸ਼ੀਆਂ ਜਾਂ ਮੰਗਲ ਗ੍ਰਹਿਾਂ 'ਤੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।